ਗਰੀਬੀ ਕਰਕੇ ਮੇਰਾ ਵਿਆਹ ਛੋਟੀ ਉਮਰ ਵਿੱਚ ਹੀ ਦੇਵ ਨਾਲ ਕਰ ਦਿੱਤਾ ਗਿਆ। ਉਹ ਆਪਣੇ ਘਰ ਦਾ ਇਕਲੌਤਾ ਪੁੱਤ ਸੀ। ਹੈਸੀਅਤ ਵਿੱਚ ਵੀ ਪੈਸੇ ਵਾਲਾ ਪਰਿਵਾਰ ਸੀ, ਇਸ ਲਈ ਉਸ ਦਾ ਰਿਸ਼ਤਾ ਆਉਂਦੇ ਹੀ ਮੇਰੇ ਘਰਦਿਆਂ ਨੇ ਉਸ ਨਾਲ ਮੇਰਾ ਵਿਆਹ ਕਰ ਦਿੱਤਾ। ਪਰ ਜਦੋਂ ਮੈਂ ਦੇਵ ਨੂੰ ਕੋਈ ਬੱਚਾ ਪੈਦਾ ਕਰਕੇ ਨਹੀਂ ਦੇ ਸਕੀ ਤਾਂ ਉਸਨੇ ਮੈਨੂੰ ਛੱਡ ਦਿੱਤਾ ਅਤੇ ਪ੍ਰੀਤ ਨਾਲ ਦੂਜਾ ਵਿਆਹ ਕਰਵਾ ਲਿਆ। ਉਸਦੇ ਦੂਜੇ ਵਿਆਹ ਨੂੰ ਵੀ ਸਾਲ ਭਰ ਹੋ ਚੁੱਕਿਆ ਸੀ। ਮੈਂ ਉਦੋਂ ਤੋਂ ਆਪਣੇ ਪੇਕੇ ਘਰ ਵਿੱਚ ਹੀ ਰਹਿੰਦੀ ਸੀ, ਇਸ ਉਮੀਦ ਨਾਲ ਕਿ ਜੇ ਦੇਵ ਦੇ ਦੂਜੇ ਵਿਆਹ ਤੋਂ ਵੀ ਬੱਚਾ ਨਾ ਹੋਇਆ ਤਾਂ ਉਹ ਮੈਨੂੰ ਫਿਰ ਤੋਂ ਅਪਣਾ ਲਵੇਗਾ। ਮੈਂ ਆਪਣੇ ਸਸੁਰਾਲ ਦੀ ਹਰ ਖਬਰ ਰੱਖਦੀ ਸੀ। ਦੇਵ ਦੇ ਦੂਜੇ ਵਿਆਹ ਨੂੰ 1 ਸਾਲ ਹੋ ਗਿਆ ਸੀ, ਪਰ ਉਸਦੀ ਦੂਜੀ ਪਤਨੀ ਪ੍ਰੀਤ ਵੀ ਉਸਨੂੰ ਬੱਚਾ ਨਹੀਂ ਦੇ ਪਾ ਰਹੀ ਸੀ। ਇਸ ਲਈ ਦੇਵ ਤੇ ਉਸਦੇ ਮੰਮੀ ਪਾਪਾ ਵੀ ਪਰੇਸ਼ਾਨ ਸਨ। ਉਹਨਾਂ ਨੂੰ ਆਪਣੇ ਖਾਨਦਾਨ ਦਾ ਵਾਰਿਸ ਚਾਹੀਦਾ ਸੀ, ਪਰ ਦੇਵ ਲਈ ਇਹ ਉਸਦੀ ਮਰਦਾਨਗੀ ਦਾ ਸਵਾਲ ਸੀ। ਲੋਕ ਉਸਨੂੰ ਨਾਮਰਦ ਸਮਝਣ ਲੱਗੇ ਸਨ। ਇਹੀ ਵਜ੍ਹਾ ਸੀ ਕਿ ਦੇਵ ਅੱਜ ਮੈਨੂੰ ਮਿਲਣ ਆਇਆ ਸੀ। ਉਸਨੇ ਮੈਨੂੰ ਇੱਕ ਬਾਬੇ ਕੋਲ ਜਾਣ ਦੀ ਗੁਜ਼ਾਰਿਸ਼ ਕੀਤੀ, ਪਰ ਦੇਵ ਦੀ ਫਿਤਰਤ ਮੈਂ ਚੰਗੀ ਤਰ੍ਹਾਂ ਜਾਣਦੀ ਸੀ। 5 ਸਾਲਾਂ ਤੱਕ ਉਸਦੀ ਪਤਨੀ ਬਣ ਕੇ ਉਸ ਨਾਲ ਜੋ ਰਹੀ ਸੀ, ਫਿਰ ਵੀ ਉਹ ਮੇਰਾ ਨਾ ਬਣਿਆ। ਜੇ ਉਸਦੀ ਦੂਜੀ ਪਤਨੀ ਪ੍ਰੀਤ ਨੂੰ ਬੱਚਾ ਹੋ ਗਿਆ ਹੁੰਦਾ ਤਾਂ ਉਹ ਮੈਨੂੰ ਪੁੱਛਦਾ ਵੀ ਨਹੀਂ। ਮੈਂ ਦੇਵ ਨੂੰ ਬਾਬੇ ਕੋਲ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਆਪਣੀ ਦੂਜੀ ਪਤਨੀ ਪ੍ਰੀਤ ਨੂੰ ਲੈ ਜਾਵੇ, ਪਰ ਉਹ ਕਹਿਣ ਲੱਗਾ ਕਿ ਦਵਾਈ ਪਹਿਲੀ ਪਤਨੀ 'ਤੇ ਅਸਰ ਕਰਦੀ ਹੈ। ਮੈਂ ਘਰ ਆ ਕੇ ਆਪਣੀ ਮਾਂ ਨੂੰ ਦੇਵ ਵਾਲੀ ਗੱਲ ਨਾ ਦੱਸੀ, ਨਹੀਂ ਤਾਂ ਉਸਨੇ ਝੱਟ ਰਾਜੀ ਹੋ ਜਾਣਾ ਸੀ, ਕਿਉਂਕਿ ਮੇਰਾ ਇਸ ਤਰ੍ਹਾਂ ਪੇਕੇ ਰਹਿਣਾ ਮੇਰੀ ਮਾਂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਮੇਰੇ 2 ਭਰਾ ਸਨ, ਉਹਨਾਂ ਦਾ ਵਿਆਹ ਹੋ ਚੁੱਕਿਆ ਸੀ। ਮੇਰੀਆਂ ਦੋਨੋਂ ਭਾਬੀਆਂ ਮੈਨੂੰ ਪਸੰਦ ਨਹੀਂ ਕਰਦੀਆਂ ਸਨ। 1 ਹਫ਼ਤਾ ਬੀਤਿਆ ਤਾਂ ਇੱਕ ਦਿਨ ਦੇਵ ਆਪਣੀ ਮਾਂ ਨਾਲ ਸਾਡੇ ਘਰ ਆ ਗਿਆ ਤੇ ਉਸਨੇ ਮੇਰੇ ਘਰਦਿਆਂ ਸਾਹਮਣੇ ਬਾਬੇ ਵਾਲੀ ਗੱਲ ਰੱਖੀ ਤੇ ਕਹਿਣ ਲੱਗਿਆ ਕਿ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਸਿਮਰ ਮੇਰੇ ਘਰ ਦੀ ਵੱਡੀ ਨੂੰਹ ਬਣ ਕੇ ਰਹੇ, ਪਰ ਤੁਸੀਂ ਇਸ ਨੂੰ ਸਾਲ ਭਰ ਤੋਂ ਆਪਣੇ ਹੀ ਕੋਲ ਰੱਖਿਆ ਹੈ। ਦੇਵ ਦੀ ਗੱਲ ਸੁਣ ਕੇ ਮੇਰਾ ਭਰਾ ਤੇ ਮੇਰੀ ਮਾਂ ਮੇਰੇ ਵੱਲ ਦੇਖਣ ਲੱਗੇ। ਮੈਂ ਕਿਹਾ, ਜੇ ਬਾਬੇ ਦੀ ਦਵਾਈ ਦਾ ਕੋਈ ਅਸਰ ਨਾ ਹੋਇਆ ਤਾਂ ਕੀ ਫਿਰ ਵੀ ਤੂੰ ਮੈਨੂੰ ਆਪਣੇ ਘਰ ਦੀ ਵੱਡੀ ਨੂੰਹ ਬਣਾ ਕੇ ਰੱਖੇਂਗਾ, ਜਾਂ ਫਿਰ ਬੱਚੇ ਲਈ ਤੀਜਾ ਵਿਆਹ ਕਰਵਾ ਲਵੇਂਗਾ? ਦੇਵ ਕਹਿਣ ਲੱਗਿਆ ਕਿ ਬਾਬੇ ਦੀ ਦਵਾ ਤੇਰੇ 'ਤੇ ਜ਼ਰੂਰ ਅਸਰ ਕਰੇਗੀ, ਤੂੰ ਇੱਕ ਵਾਰ ਮੇਰੇ ਨਾਲ ਚੱਲ ਤਾਂ ਸਹੀ। ਦੇਵ ਦੀਆਂ ਗੱਲਾਂ ਸੁਣ ਕੇ ਮੇਰੇ ਘਰਦਿਆਂ ਨੂੰ ਪੂਰਾ ਯਕੀਨ ਸੀ, ਪਰ ਮੈਨੂੰ ਨਹੀਂ, ਕਿਉਂਕਿ ਮੈਂ ਜਾਣਦੀ ਸੀ ਕਿ ਦੁਨੀਆ ਵਿੱਚ ਅਜਿਹੀ ਕੋਈ ਦਵਾਈ ਨਹੀਂ ਬਣੀ ਜਿਸ ਨੂੰ ਖਾਣ ਨਾਲ ਹੀ ਕੋਈ ਔਰਤ ਪ੍ਰੈਗਨੈਂਟ ਹੋ ਜਾਵੇ। ਮੇਰੀ ਸੱਸ ਮੇਰੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ। ਆਪਣੇ ਘਰਦਿਆਂ ਕਰਕੇ ਮੈਨੂੰ ਦੇਵ ਦੀ ਗੱਲ ਮੰਨਣੀ ਪਈ। ਮੈਂ ਉਹਨਾਂ ਨਾਲ ਆਪਣੇ ਸਸੁਰਾਲ ਆ ਗਈ, ਪਰ ਮੇਰੀ ਸੌਂਕਣ ਪ੍ਰੀਤ ਮੈਨੂੰ ਮਾਯੂਸ ਨਜ਼ਰ ਆਈ। ਇੱਕ ਔਰਤ ਹੋਣ ਦੇ ਨਾਤੇ ਮੈਂ ਉਸਦਾ ਦੁੱਖ ਸਮਝ ਸਕਦੀ ਸੀ। ਘਰ ਵਿੱਚ ਸਭ ਦੇ ਆਪਣੇ ਆਪਣੇ ਕਮਰੇ ਸਨ, ਪਰ ਰਸੋਈ ਇੱਕ ਹੀ ਸੀ, ਇਸ ਲਈ ਸਵੇਰੇ ਸ਼ਾਮ ਮੈਂ ਤੇ ਪ੍ਰੀਤ ਰਸੋਈ ਵਿੱਚ ਇਕੱਠੇ ਹੀ ਖਾਣਾ ਬਣਾਉਂਦੀਆਂ। ਇਸ ਦੌਰਾਨ ਅਸੀਂ ਖੂਬ ਗੱਲਾਂ ਕਰਦੀਆਂ। ਮੈਂ ਆਪਣੇ ਚੰਗੇ ਵਿਵਹਾਰ ਨਾਲ ਪ੍ਰੀਤ ਦਾ ਭਰੋਸਾ ਕਾਫੀ ਹੱਦ ਤੱਕ ਜਿੱਤ ਚੁੱਕੀ ਸੀ। ਸਾਡੇ ਦਰਮਿਆਨ ਜੋ ਗਲਤਫਹਿਮੀਆਂ ਸੀ ਉਹ ਵੀ ਦੂਰ ਹੋ ਚੁੱਕੀਆਂ ਸਨ। ਪ੍ਰੀਤ ਹੁਣ ਖੁੱਲ੍ਹ ਕੇ ਮੈਨੂੰ ਹਰ ਗੱਲ ਦੱਸਣ ਲੱਗੀ ਸੀ। ਮੈਂ ਵੀ ਉਸ ਤੋਂ ਕੁਝ ਨਹੀਂ ਛੁਪਾਉਂਦੀ ਸੀ। ਮੈਨੂੰ ਪਤਾ ਚੱਲਿਆ ਕਿ ਪ੍ਰੀਤ ਵੀ ਮੇਰੀ ਤਰ੍ਹਾਂ ਗਰੀਬ ਪਰਿਵਾਰ ਦੀ ਹੀ ਸੀ। ਉਸਦੇ ਪੇਕੇ ਘਰ ਉਸਦੀ ਮਤਰੇਈ ਮਾਂ, ਮਤਰੇਈ ਭਰਾ ਸਨ ਜੋ ਉਸਨੂੰ ਬਿਲਕੁਲ ਪਸੰਦ ਨਹੀਂ ਕਰਦੇ ਸਨ, ਇਸ ਲਈ ਉਹਨਾਂ ਨੇ ਪ੍ਰੀਤ ਦਾ ਵਿਆਹ ਦੇਵ ਵਰਗੇ ਸ਼ਾਦੀशुदा ਇਨਸਾਨ ਨਾਲ ਕਰ ਦਿੱਤਾ ਸੀ। ਪ੍ਰੀਤ ਮੇਰੀ ਸੌਂਕਣ ਸੀ, ਇਸ ਵਿੱਚ ਉਸਦੀ ਕੋਈ ਗਲਤੀ ਨਹੀਂ ਸੀ। ਉਸਦੀ ਕਹਾਣੀ ਸੁਣ ਕੇ ਮੇਰਾ ਉਸ ਨਾਲ ਹਮਦਰਦੀ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ ਸੀ। 2 ਵਿਆਹਾਂ ਤੋਂ ਬਾਅਦ ਵੀ ਬੱਚਾ ਨਾ ਹੋਣ ਕਰਕੇ ਦੇਵ ਨੂੰ ਜਾਣਨ ਵਾਲੇ ਉਸਨੂੰ ਨਾਮਰਦ ਸਮਝਣ ਲੱਗੇ ਸਨ, ਪਰ ਇੱਕ ਪਤਨੀ ਹੋਣ ਦੇ ਨਾਤੇ ਮੈਂ ਜਾਣਦੀ ਸੀ ਕਿ ਅਜਿਹਾ ਕੁਝ ਨਹੀਂ ਸੀ। ਫਿਰ ਇੱਕ ਦਿਨ ਦੇਵ ਮੈਨੂੰ ਉਸ ਬਾਬੇ ਕੋਲ ਲੈ ਗਿਆ। ਉੱਥੇ ਇੱਕ ਅੱਧ-ਖੜੂ ਮਰਦ ਆਦਮੀ ਮੇਰੇ ਕੋਲ ਆਇਆ ਤੇ ਉਸਨੇ ਮੇਰੇ ਹੱਥ ਵਿੱਚ ਇੱਕ ਪੁੜੀ ਦਿੱਤੀ ਤੇ ਕਿਹਾ ਕਿ ਇਸ ਵਿੱਚ ਜੋ ਦਵਾਈ ਹੈ ਉਸਨੂੰ ਰੋਜ਼ ਸਵੇਰੇ ਖਾਣਾ ਹੈ। ਜਦੋਂ ਤੂੰ ਪ੍ਰੈਗਨੈਂਟ ਹੋ ਗਈ ਇਹ ਦਵਾਈ ਬੰਦ ਕਰ ਦੇਵੀਂ। ਦਵਾਈ ਲੈ ਕੇ ਅਸੀਂ ਵਾਪਸ ਆ ਗਏ। ਮੈਂ ਵਾਪਸ ਆਈ ਤਾਂ ਪ੍ਰੀਤ ਮੈਨੂੰ ਪੁੱਛਣ ਲੱਗੀ ਕਿ ਦਵਾਈ ਮਿਲ ਗਈ, ਤਾਂ ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਉਹ ਥੋੜ੍ਹੀ ਉਦਾਸ ਹੋ ਗਈ। ਮੇਰੇ ਪੁੱਛਣ 'ਤੇ ਉਹ ਕਹਿਣ ਲੱਗੀ ਕਿ ਜੇ ਤੂੰ ਇਸ ਦਵਾਈ ਨਾਲ ਪ੍ਰੈਗਨੈਂਟ ਹੋ ਗਈ ਤਾਂ ਕੀ ਦੇਵ ਮੈਨੂੰ ਤਲਾਕ ਦੇ ਦੇਵੇਗਾ? ਪ੍ਰੀਤ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਉਸ 'ਤੇ ਤਰਸ ਆ ਗਿਆ। ਮੈਂ ਉਸਨੂੰ ਕਿਹਾ ਕਿ ਮੈਂ ਤੈਨੂੰ ਆਪਣੀ ਛੋਟੀ ਭੈਣ ਮੰਨਦੀ ਹਾਂ, ਮੈਂ ਤੇਰੇ ਨਾਲ ਅਜਿਹਾ ਕੁਝ ਨਹੀਂ ਹੋਣ ਦੇਵਾਂਗੀ। ਫਿਰ 2 ਹਫ਼ਤੇ ਬਾਅਦ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਘਰ ਵਿੱਚ ਸਾਰੇ ਬਹੁਤ ਖੁਸ਼ ਹੋਏ। ਮੈਨੂੰ ਕਿਹਾ ਗਿਆ ਕਿ ਤੂੰ ਘਰ ਦਾ ਕੋਈ ਕੰਮ ਨਹੀਂ ਕਰੇਂਗੀ, ਸਿਰਫ ਆਰਾਮ ਹੀ ਕਰਨਾ ਹੈ। ਮੈਂ ਸੋਚ ਰਹੀ ਸੀ ਕਿ ਇਸ ਖੁਸ਼ੀ ਨੇ ਪ੍ਰੀਤ ਦੀ ਜ਼ਿੰਦਗੀ ਵਿੱਚ ਮੁਸੀਬਤ ਪਾ ਦਿੱਤੀ ਹੈ। ਉਹ ਤਾਂ ਨੌਕਰਾਨੀ ਬਣ ਕੇ ਰਹਿ ਗਈ ਸੀ। ਦੇਵ ਨੇ ਉਸਦੇ ਕਮਰੇ ਵਿੱਚ ਜਾਣਾ ਵੀ ਛੱਡ ਦਿੱਤਾ ਸੀ। ਮੈਂ ਦੇਵ ਨੂੰ ਕਿਹਾ ਵੀ ਕਿ ਉਹ ਪ੍ਰੀਤ ਦੇ ਕਮਰੇ ਵਿੱਚ ਚਲਿਆ ਜਾਇਆ ਕਰੇ, ਪਰ ਉਹ ਕਹਿਣ ਲੱਗਾ ਮੈਂ ਤੈਨੂੰ ਇਸ ਹਾਲ ਵਿੱਚ ਇਕੱਲੇ ਨਹੀਂ ਛੱਡ ਸਕਦਾ। ਇੱਕ ਦਿਨ ਪ੍ਰੀਤ ਨੇ ਗੁੱਸੇ ਵਿੱਚ ਦੇਵ ਨੂੰ ਕਹਿ ਹੀ ਦਿੱਤਾ ਕਿ ਜੇ ਤੇਰੇ ਕੋਲ ਮੇਰੇ ਲਈ ਸਮਾਂ ਹੀ ਨਹੀਂ ਹੈ ਤਾਂ ਮੈਨੂੰ ਤਲਾਕ ਕਿਉਂ ਨਹੀਂ ਦੇ ਦਿੰਦਾ। ਉਸਦੀ ਗੱਲ ਸੁਣ ਕੇ ਦੇਵ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਸਮਝ ਲੈ, ਮੈਂ ਦੇ ਦਿੱਤਾ ਤੈਨੂੰ ਤਲਾਕ।
ਕੋਈ ਕੁਝ ਵੀ ਨਾ ਬੋਲਿਆ। ਮੇਰੀਆਂ ਅੱਖਾਂ ਸਾਹਮਣੇ ਹੀ ਪ੍ਰੀਤ ਆਪਣਾ ਬੈਗ ਲੈ ਕੇ ਚਲੀ ਗਈ। ਮੈਨੂੰ ਉਸ 'ਤੇ ਬਹੁਤ ਤਰਸ ਆ ਰਿਹਾ ਸੀ। ਮੈਂ ਆਪਣੇ ਆਪ ਨੂੰ ਪ੍ਰੀਤ ਦਾ ਗੁਨਾਹਗਾਰ ਸਮਝਣ ਲੱਗੀ। ਅਗਲੇ ਦਿਨ ਮੈਂ ਦੇਵ ਨੂੰ ਕਿਹਾ ਕਿ ਪ੍ਰੀਤ ਦੇ ਘਰ ਫ਼ੋਨ ਕਰਕੇ ਪਤਾ ਕਰੋ, ਤਾਂ ਪਤਾ ਚੱਲਿਆ ਕਿ ਉਹ ਆਪਣੇ ਪੇਕੇ ਘਰ ਨਹੀਂ ਪਹੁੰਚੀ। ਇਹ ਸੁਣ ਕੇ ਮੈਂ ਘਬਰਾ ਗਈ ਕਿ ਕਿਤੇ ਉਸਨੇ ਕੋਈ ਗਲਤ ਕਦਮ ਤਾਂ ਨਹੀਂ ਉਠਾ ਲਿਆ। ਦੇਵ ਵੀ ਆਪਣੀ ਗਲਤੀ 'ਤੇ ਸ਼ਰਮਿੰਦਾ ਸੀ। ਉਸਨੇ ਪ੍ਰੀਤ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਦਾ ਕੁਝ ਪਤਾ ਨਾ ਚੱਲਿਆ। ਹੌਲੀ-ਹੌਲੀ 5 ਸਾਲ ਬੀਤ ਗਏ। ਮੈਂ 3 ਬੱਚਿਆਂ ਦੀ ਮਾਂ ਬਣ ਚੁੱਕੀ ਸੀ, ਪਰ ਪ੍ਰੀਤ ਨੂੰ ਭੁੱਲ ਨਹੀਂ ਸਕੀ ਸੀ। ਇੱਕ ਦਿਨ ਮੈਂ ਆਪਣੇ ਛੋਟੇ ਬੇਟੇ ਨੂੰ ਦਵਾਈ ਦਿਵਾਉਣ ਲਈ ਵੱਡੇ ਹਸਪਤਾਲ ਗਈ। ਮੇਰੇ ਬੇਟੇ ਨੂੰ ਨਿਮੋਨੀਆ ਹੋ ਗਿਆ ਸੀ, ਇਸ ਲਈ ਉਸਨੂੰ ਹਸਪਤਾਲ ਦਾਖਲ ਕਰ ਲਿਆ ਗਿਆ। ਮੈਂ ਆਪਣੇ ਬੇਟੇ ਕੋਲ ਰੁਕ ਗਈ ਤੇ ਦੇਵ ਵਾਪਸ ਘਰ ਚਲਿਆ ਗਿਆ। ਰਾਤ ਨੂੰ ਮੇਰੇ ਵਾਰਡ ਵਿੱਚ ਦੇਖਣ ਇੱਕ ਨਰਸ ਆਈ, ਜਿਸ ਨੂੰ ਦੇਖ ਕੇ ਮੈਂ ਖੁਸ਼ ਵੀ ਹੋਈ ਤੇ ਹੈਰਾਨ ਵੀ, ਕਿਉਂਕਿ ਇਹ ਕੋਈ ਹੋਰ ਨਹੀਂ ਪ੍ਰੀਤ ਸੀ। ਪਰ ਮੈਨੂੰ ਸਾਹਮਣੇ ਦੇਖ ਕੇ ਪ੍ਰੀਤ ਦੇ ਚਿਹਰੇ ਦਾ ਰੰਗ ਉੱਡ ਗਿਆ। ਮੈਂ ਉਸਦਾ ਹਾਲ ਚਾਲ ਪੁੱਛਿਆ ਤੇ ਆਪਣੇ ਬਾਰੇ ਵੀ ਦੱਸਿਆ। ਫਿਰ ਉਸਨੇ ਦੱਸਿਆ ਕਿ ਉਹ ਇਸ ਹਸਪਤਾਲ ਵਿੱਚ ਕੰਮ ਕਰਦੀ ਹੈ। ਅੱਜ ਉਸਦੀ ਰਾਤ ਦੀ ਡਿਊਟੀ ਹੈ। ਮੈਂ ਉਸਨੂੰ ਪੁੱਛਿਆ ਕਿ ਤੂੰ ਕਿੱਥੇ ਗਾਇਬ ਹੋ ਗਈ ਸੀ। ਪ੍ਰੀਤ ਨੇ ਕਿਹਾ ਕਿ ਮੇਰੀ ਛੋਟੀ ਭਾਬੀ ਦਾ ਰਿਸ਼ਤੇਦਾਰ ਪਵਨ ਸਾਡੇ ਘਰ ਆਇਆ ਕਰਦਾ ਸੀ। ਉਹ ਪਹਿਲਾਂ ਤੋਂ ਸ਼ਾਦੀशुदा ਸੀ। ਉਸਦੀਆਂ 2 ਬੇਟੀਆਂ ਸਨ। ਅਸੀਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ। ਆਪਣੇ ਪਿਆਰ ਵਿੱਚ ਅਸੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਫਿਰ ਇੱਕ ਦਿਨ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਇਹ ਗੱਲ ਮੈਂ ਪਵਨ ਨੂੰ ਦੱਸੀ ਤਾਂ ਉਹ ਮੈਨੂੰ ਛੱਡ ਕੇ ਆਪਣੇ ਪਿੰਡ ਵਾਪਸ ਚਲਿਆ ਗਿਆ। ਉਸਨੇ ਇਹ ਗੱਲ ਮੇਰੀ ਭਾਬੀ ਨੂੰ ਵੀ ਦੱਸ ਦਿੱਤੀ। ਮੇਰੀ ਭਾਬੀ ਤੇ ਮਤਰੇਈ ਮਾਂ ਨੇ ਮੈਨੂੰ ਕਈ ਦਵਾਈਆਂ ਖਵਾਈਆਂ, ਪਰ ਕੁਝ ਵੀ ਕਾਰਗਰ ਸਾਬਿਤ ਨਾ ਹੋਇਆ ਤਾਂ ਉਹ ਮੈਨੂੰ ਅਬੋਰਸ਼ਨ ਕਰਵਾਉਣ ਲਈ ਹਸਪਤਾਲ ਲੈ ਗਈਆਂ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਵਾਲਿਆਂ ਨੇ ਅਬੋਰਸ਼ਨ ਲਈ ਜ਼ਿਆਦਾ ਪੈਸੇ ਦੀ ਮੰਗ ਰੱਖ ਦਿੱਤੀ, ਪਰ ਮੇਰੇ ਘਰਦਿਆਂ ਦੀ ਇੰਨੀ ਔਕਾਤ ਨਹੀਂ ਸੀ। ਇਸ ਲਈ ਮੈਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਸਮਾਂ ਆਉਣ 'ਤੇ ਮੈਂ ਬੇਟੇ ਨੂੰ ਜਨਮ ਦਿੱਤਾ। ਉਹ ਬੇਟਾ ਮੇਰੀ ਭਾਬੀ ਨੇ ਪਵਨ ਨੂੰ ਦੇ ਦਿੱਤਾ, ਕਿਉਂਕਿ ਉਸ 'ਤੇ ਕੋਈ ਬੇਟਾ ਨਹੀਂ ਸੀ। ਮੈਂ ਕੁਝ ਨਾ ਕਰ ਪਈ। ਫਿਰ ਮੇਰਾ ਵਿਆਹ ਦੇਵ ਨਾਲ ਕਰਵਾ ਦਿੱਤਾ। ਮੈਂ ਪ੍ਰੀਤ ਨੂੰ ਕਿਹਾ ਕਿ ਤੂੰ ਮੈਥੋਂ ਇਹ ਸਭ ਕੁਝ ਕਿਉਂ ਛੁਪਾਇਆ। ਮੇਰੇ ਵਿਆਹ ਤੋਂ ਕੁਝ ਸਮੇਂ ਬਾਅਦ ਪਵਨ ਨੇ ਮੈਨੂੰ ਫ਼ੋਨ ਕੀਤਾ ਕਿ ਉਸਦੀ ਪਤਨੀ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੰਦੇ ਹੋਏ ਗੁਜ਼ਰ ਗਈ, ਇਸ ਲਈ ਉਸਨੂੰ ਮੇਰੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਮੈਂ ਪਵਨ ਕੋਲ ਜਾਣਾ ਚਾਹੁੰਦੀ ਸੀ, ਪਰ ਪਵਨ ਕਰਕੇ ਨਹੀਂ, ਸਗੋਂ ਆਪਣੇ ਬੇਟੇ ਲਈ, ਕਿਉਂਕਿ ਉਸਨੂੰ ਮੇਰੀ ਜ਼ਰੂਰਤ ਸੀ। ਇਸ ਲਈ ਮੈਂ ਪਵਨ ਕੋਲ ਵਾਪਸ ਜਾਣ ਦੇ ਮੌਕੇ ਦੀ ਤਲਾਸ਼ ਵਿੱਚ ਲੱਗ ਗਈ। ਮੈਂ ਚਾਹੁੰਦੀ ਤਾਂ ਦੇਵ ਨੂੰ ਇਸ ਤਰ੍ਹਾਂ ਹੀ ਛੱਡ ਕੇ ਜਾ ਸਕਦੀ ਸੀ, ਪਰ ਮੈਂ ਦੇਵ ਦੀ ਬਦਨਾਮੀ ਨਹੀਂ ਕਰਨਾ ਚਾਹੁੰਦੀ ਸੀ। ਮੈਂ ਪ੍ਰੈਗਨੈਂਟ ਨਾ ਹੋਵਾਂ, ਇਸ ਲਈ ਮੈਂ ਦਵਾਈਆਂ ਖਾਣ ਲੱਗੀ ਸੀ। ਜਦੋਂ ਵਿਆਹ ਤੋਂ 1 ਸਾਲ ਬਾਅਦ ਵੀ ਮੈਂ ਪ੍ਰੈਗਨੈਂਟ ਨਾ ਹੋਈ ਤਾਂ ਦੇਵ ਮੇਰੇ ਤੋਂ ਨਿਰਾਸ਼ ਹੋ ਗਿਆ। ਫਿਰ ਮੈਂ ਦੇਵ ਨੂੰ ਬਾਬੇ ਕੋਲ ਜਾਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਬਾਬੇ ਦੀ ਦਵਾਈ ਪਹਿਲੀ ਪਤਨੀ 'ਤੇ ਅਸਰ ਕਰਦੀ ਹੈ, ਇਸ ਲਈ ਮੈਂ ਉਸਨੂੰ ਤੈਨੂੰ ਮਨਾਉਣ ਲਈ ਕਿਹਾ। ਉਹ ਮੇਰੀ ਗੱਲ ਮੰਨ ਕੇ ਤੈਨੂੰ ਘਰ ਲੈ ਆਇਆ। ਤੇਰੀ ਪ੍ਰੈਗਨੈਂਸੀ 'ਤੇ ਮੇਰੀ ਕਿਸਮਤ ਟਿਕੀ ਹੋਈ ਸੀ। ਤੂੰ ਪ੍ਰੈਗਨੈਂਟ ਹੋ ਜਾਂਦੀ ਤਾਂ ਮੇਰੀ ਅਹਿਮੀਅਤ ਆਪਣੇ ਆਪ ਘੱਟ ਜਾਣੀ ਸੀ, ਪਰ ਇਸ ਲਈ ਤੇਰਾ ਪ੍ਰੈਗਨੈਂਟ ਹੋਣਾ ਬਹੁਤ ਜ਼ਰੂਰੀ ਸੀ। ਮੈਂ ਤੇਰੀਆਂ ਪੁਰਾਣੀਆਂ ਮੈਡੀਕਲ ਰਿਪੋਰਟਾਂ ਦੀਆਂ ਫੋਟੋ ਖਿੱਚ ਕੇ ਪਵਨ ਨੂੰ ਭੇਜੀਆਂ ਤੇ ਉਸਨੇ ਇਸ ਹਸਪਤਾਲ ਦੀ ਵੱਡੀ ਡਾਕਟਰ ਨੂੰ ਰਿਪੋਰਟਾਂ ਦਿਖਾਈਆਂ ਤਾਂ ਉਸ ਡਾਕਟਰ ਨੇ ਦੱਸਿਆ ਕਿ ਤੇਰੀ ਬੱਚੇਦਾਨੀ ਅੰਦਰ ਚਰਬੀ ਹੈ। ਉਸਨੇ ਜੋ ਦਵਾਈਆਂ ਲਿਖੀਆਂ ਮੈਂ ਉਹ ਖਰੀਦ ਲਿਆਈ ਤੇ ਉਹਨਾਂ ਦਾ ਪਾਊਡਰ ਬਣਾ ਕੇ ਬਾਬੇ ਵਾਲੀ ਦਵਾਈ ਨਾਲ ਬਦਲ ਦਿੱਤਾ। ਮੇਰਾ ਪਲਾਨ ਕਾਮਯਾਬ ਹੋਇਆ। ਜਿਵੇਂ ਮੈਂ ਸੋਚਿਆ ਸੀ ਉਵੇਂ ਹੀ ਹੋਇਆ। ਮੌਕਾ ਦੇਖ ਕੇ ਮੈਂ ਉਹ ਘਰ ਛੱਡ ਆਈ। 2 ਮਹੀਨੇ ਪਵਨ ਦੇ ਘਰ ਲੁੱਕ ਕੇ ਰਹੀ। ਫਿਰ ਮੇਰੇ ਕਹਿਣ 'ਤੇ ਪਵਨ ਨੇ ਉਹ ਘਰ ਵੇਚ ਦਿੱਤਾ। ਅਸੀਂ ਇੱਥੇ ਆ ਗਏ। ਫਿਰ ਅਸੀਂ ਵਿਆਹ ਕਰਵਾ ਲਿਆ। ਪਵਨ ਪਹਿਲਾਂ ਤੋਂ ਹੀ ਇੱਥੇ ਕੰਮ ਕਰਦਾ ਸੀ। ਉਸਨੇ ਮੈਨੂੰ ਵੀ ਇੱਥੇ ਨੌਕਰੀ ਦਿਵਾ ਦਿੱਤੀ। ਹੁਣ ਮੈਂ 4 ਬੱਚਿਆਂ ਨੂੰ ਪਾਲਦੀ ਹਾਂ, ਇੱਕ ਮੇਰਾ ਬੇਟਾ ਤੇ 3 ਪਵਨ ਦੀ ਪਹਿਲੀ ਪਤਨੀ ਦੇ ਬੱਚੇ। ਮੈਂ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਦਿੰਦੀ ਹਾਂ। ਪਰਿਵਾਰ ਵੱਡਾ ਹੈ, ਇਸ ਲਈ ਅਸੀਂ ਦੋਨੋਂ ਨੌਕਰੀ ਕਰਦੇ ਹਾਂ। ਮੈਂ ਪ੍ਰੀਤ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ। ਉਸਦੇ ਚਿਹਰੇ ਨੂੰ ਧਿਆਨ ਨਾਲ ਦੇਖ ਰਹੀ ਸੀ ਕਿ ਕੀ ਇਹ ਉਹੀ ਪ੍ਰੀਤ ਹੈ ਜਿਸ ਨੂੰ ਮੈਂ ਇੰਨੀ ਭੋਲੀ ਸਮਝਦੀ ਸੀ। ਮੈਂ ਤਾਂ ਆਪਣੇ ਬੱਚਿਆਂ ਨੂੰ ਬਾਬੇ ਦੀ ਦਵਾਈ ਦਾ ਨਤੀਜਾ ਸਮਝਦੀ ਸੀ, ਪਰ ਉਸਨੇ ਮੇਰੇ ਇਸ ਅੰਧ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਸੀ। ਜੇ ਦੇਵ ਤੇ ਉਸਦੀ ਮਾਂ ਇੰਨਾ ਅੰਧ ਵਿਸ਼ਵਾਸਾਂ ਵਿੱਚ ਨਾ ਪੈ ਕੇ ਮੈਨੂੰ ਸ਼ੁਰੂਆਤ ਵਿੱਚ ਹੀ ਕਿਸੇ ਚੰਗੇ ਡਾਕਟਰ ਕੋਲ ਲੈ ਜਾਂਦੇ ਤੇ ਮੇਰਾ ਇਲਾਜ ਹੋ ਜਾਣਾ ਸੀ। ਫਿਰ ਇਹ ਸਭ ਕਦੇ ਨਾ ਹੁੰਦਾ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।